ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ, ਗੱਲਾਂ ਕਰਦਾ ਏ। ਤੇ ਖੁਦਾ ਦਾ ਬੰਦਾ ਜ਼ਬੂਰ 85 ਉਹਦੀ 8 ਐਤ ਦੇ ਵਿੱਚ ਕਹਿੰਦਾ ਏ, ਮੈਂ ਗੱਲ ਖੁਦਾ ਦੀ ਸੁਣਾਂਗਾ। ਜਦ ਕਰੇਗਾ ਕਲਾਮ ਤੇ ਉਹ ਤੇ ਆਪਣੇ ਬੰਦਿਆਂ ਨਾਲ, ਪਾਕ ਲੋਕਾਂ ਨਾਲ ਤਮਾਮ ਤੇ ਗੱਲ ਕਰੇਗਾ ਜੋ ਉਸ ਦੀ ਬਾਤ ਹੈ ਸੁਲਾ ਸਲਾਮਤੀ ਦੀ। ਪਰ ਚਾਹੀਦਾ ਹੈ ਜੋ ਮੁੜੀਏ ਨਾ ਉਸ ਗੱਲ ਤੋਂ ਅਸੀਂ ਵੀ। ਚਾਹੀਦਾ ਤੇ ਕਿ ਉਸ ਗੱਲ ਤੋਂ ਪਿੱਛੇ ਨਾ ਮੁੜਨਾ, ਬਲਕਿ ਉਹਦੇ ਪਿੱਛੇ ਲੱਗਣਾ। ਕਿਉਂਕਿ ਯਹੋਨਾ 12 ਬਾਬ 26 ਐਤ ਨੂੰ ਪੜ੍ਹਿਆ ਗਿਆ ਸੁਬਾਹ, ਅਗਰ ਕੋਈ ਮੇਰੀ ਖਿਦਮਤ ਕਰਦਾ ਹੈ ਤੇ ਮੇਰੇ ਪਿੱਛੇ ਹੋਵੇ, ਮੇਰੀ ਗੱਲ ਸੁਣੇ, ਮੇਰੀ ਗੱਲ ਕਰੇ। ਉਹ ਕਹਿੰਦਾ ਤੇ ਫਿਰ ਵਾਅਦਾ ਕਰਦਾ, ਜਿੱਥੇ ਮੈਂ ਆਵਾਂਗਾ ਉੱਥੇ ਮੇਰਾ ਖਾਦਮ ਹੋਵੇਗਾ ਤੇ ਮੇਰਾ ਬਾਪ ਉਸ ਦੀ ਬੜੀ ਇੱਜ਼ਤ ਕਰੇਗਾ। ਇਸੇ ਕਰਕੇ ਬਈ ਪੌਲੁਸ ਰਸੂਲ ਨੇ ਆਪਣੀ ਪਾਰਟੀ ਬਦਲ ਲਈ। ਗਲਤੀਓ ਪਹਿਲਾ ਬਾਪ 10 ਐਤ ਦੇ ਵਿੱਚ ਕਹਿੰਦਾ, ਮੈਂ ਖੁਦਾ ਦਾ ਦੋਸਤ ਬਣ ਗਿਆ, ਮੈਂ ਮਸੀਹ ਦਾ ਬੰਦਾ ਬਣ ਗਿਆ। ਉਹਦੇ ਪਿੱਛੇ ਲੱਗ ਗਿਆ। ਪਹਿਲਾ ਕਰੰਥੀਓ 3 ਬਾਬ 10 ਐਤ ਦੇ ਵਿੱਚ ਕਹਿੰਦਾ ਏ, ਮੈਂ ਖੁਦਾ ਦੇ ਨਾਲ ਮਿਲ ਕੇ ਕੰਮ ਕਰਨ ਵਾਲਾ। ਦੁਨੀਆ ਨੂੰ ਕਹਿੰਦਾ, ਤੁਸੀਂ ਖੁਦਾ ਦੀ ਖੇਤੀ ਤੇ ਇਮਾਰਤ ਹੋ। ਉਹਨੇ ਛੱਡ ਦਿੱਤਾ ਖੜਾ ਝੂਠੇ ਅੰਬੋਆਂ, ਗੁਰੂਆਂ, ਡਿਨੋਮੀਨੇਸ਼ਨਾਂ, ਟੋਲਿਆਂ ਦਾ। ਸੱਚ ਬੋਲਣ ਲਈ ਮੈਦਾਨ 'ਚ ਨਿਕਲ ਆਇਆ। ਅੱਜ ਵੇਲਾ ਏ ਅਸੀਂ ਵੀ ਸੱਚ ਬੋਲਣ ਲਈ ਮੈਦਾਨ 'ਚ ਨਿਕਲ ਆਈਏ। ਈਸਾਇਆ 48 ਬਾਬ 20 ਐਤ ਨੂੰ ਪੜ੍ਹੋ ਤੇ ਉੱਥੇ ਲਿਖਿਆ ਮਿਲਦਾ ਹੈ, ਬਾਬਲ 'ਚੋਂ ਨਿਕਲਿਓ, ਬਾਬਲ 'ਚੋਂ ਨਿਕਲਿਓ, ਕਸਤੀਆਂ ਦੇ ਦਰਮਿਆਨ 'ਚੋਂ ਭੱਜਿਓ, ਨਗਮਾਂ ਦੀ ਆਵਾਜ਼ ਨਾ ਗਾਇਓ ਤੇ ਬਿਆਨ ਕਰਿਓ, ਉਸ ਨੂੰ ਮਸ਼ਹੂਰ ਕਰਿਓ ਤੇ ਉਸ ਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾ ਦਿਓ ਤੇ ਕਹਿੰਦੇ ਜਾਇਓ ਕਿ ਖੁਦਾਵੰਦ ਖੁਦਾ ਨੇ ਆਪਣੇ ਖਾਦਮ ਯਾਕੂਬ ਦਾ ਫਿਦਿਆ ਦਿੱਤਾ ਏ। ਇਸ ਕਰਕੇ ਅੱਜ ਵੇਲਾ ਹੈ ਕਿ ਬਾਬਲ ਚੋਂ ਨਿਕਲੀਏ, ਜਿਸ ਤਰ੍ਹਾਂ ਪੌਲੁਸ ਰਸੂਲ ਗਲਤੀਓਂ ਜਿਸ ਵੇਲੇ ਪਹਿਲਾ ਬਾਪ 13 ਤੇ 14 ਐਤ ਨੂੰ ਪੜ੍ਹਦੇ ਆ ਤੇ ਕਹਿੰਦਾ, ਯਹੂਦੀ ਤਾਰੀਖ ਵਿੱਚ ਮੈਂ ਇੰਨਾ ਸਰਗਰਮ ਸੀ। ਅੱਜ ਵੀ ਅਸੀਂ ਝੂਠੀਆਂ ਤਨਜ਼ੀਮਾਂ ਦੇ ਵਿੱਚ ਸਰਗਰਮ ਹੈ। ਜਿਸ ਤਰ੍ਹਾਂ ਰਸੂਲ ਕਹਿੰਦਾ, ਯਹੂਦੀ ਤਾਰੀਖ ਵਿੱਚ ਮੈਂ ਇੰਨਾ ਸਰਗਰਮ ਸੀ ਕਿ ਆਪਣੇ ਹਮ ਉਮਰਾਂ ਤੋਂ ਅੱਗੇ ਵੱਧਦਾ ਜਾਂਦਾ ਸੀ। ਪਰ ਉਸ ਵੇਲੇ ਕਹਿੰਦਾ, ਮੈਂ ਕਲੀਸਿਆ ਨੂੰ ਸਤਾਉਂਦਾ ਤੇ ਅੱਜ ਹੱਦ ਤਬਾਹ ਕਰਦਾ ਸੀ। ਕੰਮ ਵੇਖੋ ਕੀ ਕਰਦਾ ਸੀ, ਕਲੀਸਿਆ ਨੂੰ ਤਬਾਹ। ਲੇਕਿਨ ਜਦੋਂ ਖੁਦਾ ਨਾਲ ਮਿਲਿਆ ਤੇ ਫਿਰ ਕੀ ਕਰਦਾ, ਇੱਧਰ ਜਦੋਂ ਸੀ ਤਬਾਹ ਕਰਦਾ ਸੀ। ਕਹਿੰਦਾ, ਮੈਂ ਉਦੋਂ ਬਜ਼ੁਰਗਾਂ ਦੀਆਂ ਰਵਾਇਤਾਂ ਦਾ ਜਕੜਿਆ ਸੀ, ਜੋ ਕੁਝ ਉਹ ਆਪਣੇ ਕੋਲੋਂ ਕਹਿ ਦਿੰਦੇ ਸੀ ਉਹ ਕੁਝ ਮੈਂ ਕਹਿੰਦਾ ਸੀ। ਲੇਕਿਨ ਜਦੋਂ ਖੁਦਾਵੰਦ ਦੇ ਵਿੱਚ ਆ ਗਿਆ ਤੇ ਫਿਰ ਦੂਸਰਾ ਕਰੰਥੀਓ 2 ਬਾਬ 17 ਚ ਕਹਿੰਦਾ ਹੈ, ਮੇਰਾ ਸ਼ੁਮਾਰ ਉਹਨਾਂ ਬੰਦਿਆਂ ਦੇ ਵਿੱਚੋਂ ਨਹੀਂ ਜਿਹੜੇ ਬੰਦੇ ਖੁਦਾ ਦੇ ਕਲਾਮ 'ਚ ਅਮੇਜ਼ਿਸ਼। ਨੂੰ ਪਤਾ ਹੈ ਕਿ ਇਹ ਟੋਲੇ ਕਲਾਮ ਨੂੰ ਵਧਾਉਣ ਵਾਲੇ ਘਟਾਉਣ ਵਾਲੇ ਨੇ। ਕਹਿੰਦਾ, ਮੈਂ ਦਿਲ ਦੀ ਸਫਾਈ ਨਾਲ ਖੁਦਾ ਦੀ ਤਰਫੋਂ ਖੁਦਾ ਨੂੰ ਹਾਜ਼ਰ ਜਾਣ ਕੇ, ਕਹਿੰਦਾ ਮਸੀਹ 'ਚ ਬੋਲਣਾ। ਫਿਰ ਉਹ ਮਸੀਹ 'ਚ ਬੋਲਦਾ ਹੈ, ਖੁਦਾ ਨੂੰ ਹਾਜ਼ਰ ਜਾਣ ਕੇ ਬੋਲਦਾ ਹੈ। ਉਹ ਖੁਦਾਵੰਦ ਦੇ ਪਿੱਛੇ ਹੋ ਗਿਆ ਹੈ। ਤੇ ਫਿਰ ਖੁਦਾਵੰਦ ਵੀ ਉਹਦੇ ਨਾਲ ਵਾਅਦਾ ਕਰਦਾ ਹੈ
ਇਮਾਲ 18 ਬਾਬ 9 ਐਤ ਨੂੰ ਪੜ੍ਹ ਲਓ। ਲਿਖਿਆ, ਰਾਤ ਨੂੰ ਰੋਇਆ ਦੇ ਵਿੱਚ ਖੁਦਾਵੰਦ ਯਿਸੂ ਮਸੀਹ ਉੱਤੇ ਜ਼ਾਹਰ ਹੋਇਆ ਤੇ ਉਸ ਨੂੰ ਕਹਿੰਦਾ, ਕਹੀ ਜਾਈ ਚੁੱਪ ਨਾ ਰਹੀ, ਮੈਂ ਤੇਰੇ ਨਾਲ ਆ। ਕੋਈ ਬੰਦਾ ਵੀ ਤੇਰੇ ਤੇ ਹਮਲਾ ਕਰਕੇ ਤੈਨੂੰ ਨੁਕਸਾਨ ਨਹੀਂ ਪਹੁੰਚਾਏਗਾ, ਕਿਉਂਕਿ ਇਸ ਸ਼ਹਿਰ ਵਿੱਚ ਕਹਿੰਦਾ ਮੈਂ ਬੜੇ ਲੋਕ ਰੱਖੇ ਹੋਏ ਨੇ। ਤੇ ਕਹਿੰਦਾ ਤੂੰ ਕਹੀ ਜਾਵੀਂ ਮੈਂ ਤੇਰੇ ਨਾਲ, ਚੁੱਪ ਨਾ ਰਵੀਂ। ਅਗਰ ਕੋਈ ਚਾਹੁੰਦਾ ਹੈ ਕਿ ਖੁਦਾ ਮੇਰੇ ਨਾਲ ਰਵੇ ਤੇ ਉਹ ਫਿਰ ਕਲਾਮ ਨੂੰ ਕਹਿਣਾ ਸ਼ੁਰੂ ਕਰ ਦੇਵੇ। ਖੁਦਾ ਉਹਦੇ ਨਾਲ ਵਾਅਦਾ ਕਰਦਾ ਹੈ, ਤੂੰ ਚੁੱਪ ਨਾ ਰਵੀਂ, ਮੈਂ ਤੇਰੇ ਨਾਲ ਹਾਂ। ਜ਼ਬੂਰ 27 ਦੀ ਜਿਸ ਵੇਲੇ ਅਸੀਂ ਪਹਿਲੀ ਐਤ ਨੂੰ ਪੜ੍ਹਨੇ ਆ ਤੇ ਇੱਥੇ ਉਹ ਕਹਿੰਦਾ, ਖੁਦਾਵੰਦ ਸਾਡੇ ਤੇ ਰਹਿਮ ਕਰ, ਸਾਨੂੰ ਬਰਕਤ ਬਖਸ਼ ਤੇ ਆਪਣੇ ਚਿਹਰੇ ਨੂੰ ਸਾਡੇ ਉੱਤੇ ਜਲਵਾਗਰ ਫਰਮਾ। ਆਪਣੇ ਚਿਹਰੇ ਨੂੰ ਅਸਮਾਨ ਤੋਂ ਦਿਖਾ। ਪਰ ਖੁਦਾ ਤੇ ਬੰਦੇ ਨੂੰ ਕਹਿੰਦਾ, ਮੈਂ ਤੇਰੇ ਨਾਲ ਹਾਂ। ਜੇ ਤੂੰ ਸੱਚੀਆਂ ਗੱਲਾਂ ਕਰੇਗਾ, ਕਲਾਮ ਦੀਆਂ ਗੱਲਾਂ ਕਰੇਗਾ ਤੇ ਕਹੀ ਜਾਵੇਂਗਾ ਮੈਂ ਤੇਰੇ ਨਾਲ ਹਾਂ। ਪੌਲੁਸ ਨੂੰ ਉਹਨੇ ਆਖਿਆ, ਮੈਂ ਤੇਰੇ ਨਾਲ ਹਾਂ। ਔਰ ਰੱਬ ਸਾਡਾ ਸਾਡੇ ਨਾਲ ਰਹਿਣਾ ਚਾਹੁੰਦਾ ਹੈ। ਮੱਤੀ 10 ਬਾਬ 27 ਐਤ ਦੇ ਵਿੱਚ ਉਸਦੇ ਪੁੱਤਰ ਨੇ ਆਖਿਆ, ਜਿਸ ਗੱਲ ਦਾ ਹਨੇਰੇ 'ਚ ਪਤਾ ਲੱਗਦਾ, ਕਰ ਜਾਲੇ 'ਚ ਆਪਣੇ ਮੂੰਹ ਨੂੰ ਖੋਲ। ਜਿਹੜੀ ਕੰਨ 'ਚ ਪੈਂਦੀ ਕੋਠੇ ਤੇ ਚੜ੍ਹ ਤੇ ਮਨਾਦੀ ਕਰ। ਤੇ ਅੱਜ ਵੇਲਾ ਏ, ਜੀਂਦੇ ਜਾਗਦੇ ਆ, ਮਰ ਗਏ ਤੇ ਫਿਰ ਮਨਾਦੀਆਂ ਕੋਈ ਨਹੀਂ ਹੋਣੀਆਂ। ਹਾਂ, ਅਬਰਾਨੀਓ 9 ਬਾਬ ਤੇ 27 ਐਤ ਦੱਸਦੀ ਏ, ਫਿਰ ਉਸ ਤੋਂ ਬਾਅਦ ਅਦਾਲਤ ਹੋਏਗੀ ਤੇ ਰੱਬ ਰੂਹਾਂ ਦਾ ਹਿਸਾਬ ਲਵੇਗਾ। ਇਸ ਤੋਂ ਪਹਿਲੇ ਕਿ ਮੌਤ ਆ ਜੇ, ਮਰ ਜਾਈਏ, ਫਿਰ ਰੂਹਾਂ ਦਾ ਹਿਸਾਬ ਦੇਣਾ ਪਵੇ। ਪਹਿਲਾ ਪਤਰਸ ਪਹਿਲਾ ਬਾਪ 9 ਐਤ ਨੂੰ ਪੜ੍ਹ ਲਓ ਤੇ ਲਿਖਿਆ, ਸਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਿਜਾਤ ਹੈ। ਅੱਜ ਵੇਲਾ ਰੂਹਾਂ ਬਚਾ ਲਈਏ। ਅੱਜ ਵੇਲਾ ਹੱਕ ਦੀ ਬੋਲੀ ਬੋਲ ਲਈਏ। ਅੱਜ ਵੇਲਾ ਝੂਠੇ ਅੰਬੋਆਂ, ਗੁਰੂਆਂ, ਡਿਨਾਮੀਨੇਸ਼ਨਾਂ, ਟੋਲਿਆਂ ਤੋਂ ਜਾਨ ਛਡਾ ਲਈਏ। ਤੇ ਮੁਕਾਸ਼ਵਾ ਪਹਿਲਾ ਬਾਪ ਤੇ 3 ਐਤ 'ਚ ਲਿਖਿਆ, ਇਸ ਨਬੂਵਤ ਦੀ ਕਿਤਾਬ ਨੂੰ ਪੜ੍ਹੀ, ਇਸ ਨੂੰ ਸੁਣੀ ਤੇ ਜੋ ਕੁਝ ਇਹਦੇ ਵਿੱਚ ਲਿਖਿਆ ਉਹਦੇ ਤੇ ਅਮਲ ਕਰ ਲਈ ਤੇ ਅਮਲ ਕਰ ਲਈਏ। ਅੱਜ ਵੇਲਾ ਏ ਰਸੂਲਾਂ ਦੀ ਇਮਾਲ 20 ਬਾਬ ਤੇ 32 ਐਤ 'ਚ ਲਿਖਿਆ ਹੈ, ਜਿਹੜਾ ਵੀ ਬੰਦਾ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰ ਦੂ, ਕਲਾਮ ਵਾਅਦਾ ਕਰਦਾ, ਮੈਂ ਤੇਰੀ ਤਰੱਕੀ ਕਰ ਦਿਆਂਗਾ, ਮੁਕੱਦਸ ਲੋਕਾਂ ਨਾਲ ਮਿਲਾ ਦਿਆਂਗਾ, ਮਿਰਾਸ ਦਾ ਹਿੱਸੇਦਾਰ ਬਣਾ ਦਿਆਂਗਾ। ਪਰ ਉਸ ਵੇਲੇ ਜਦੋਂ ਕੋਈ ਬੰਦਾ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰ ਦੇਵੇਗਾ ਤੇ ਝੂਠੀਆਂ ਤਨਜ਼ੀਮਾਂ ਤੋਂ ਜਾਨ ਛਡਾ ਲੇਗਾ। ਤੇ ਆਓ ਫਿਰ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰ ਦਈਏ। ਪਹਿਲਾ ਕਰੰਥੀਓ 9 ਬਾਪ ਨੂੰ ਪੜ੍ਹ ਲਓ ਤੇ ਰਸੂਲ ਕਹਿੰਦਾ, ਕਿਆ ਮੈਂ ਆਜ਼ਾਦ ਨਹੀਂ? ਵੇਖੋ, ਉਹਨੇ ਜਦੋਂ ਤਨਜ਼ੀਮਾਂ ਨੂੰ ਛੱਡਿਆ ਤੇ ਉਹ ਆਜ਼ਾਦ ਹੋ ਗਿਆ। ਕਹਿੰਦਾ, ਕਿਆ ਮੈਂ ਆਜ਼ਾਦ ਨਹੀਂ? ਕਿਆ ਮੈਂ ਯਿਸੂ ਨੂੰ ਨਹੀਂ ਵੇਖਿਆ ਜਿਹੜਾ ਸਾਡਾ ਖੁਦਾਵੰਦ ਏ? ਤੇ ਕਹਿੰਦਾ, ਕਿਆ ਤੁਸੀਂ ਖੁਦਾਵੰਦ ਦੇ ਵਿੱਚ ਮੇਰੇ ਬਣਾਏ ਹੋਏ ਨਹੀਂ? ਫਿਰ ਉਹ ਕਲੀਸਿਆ ਨੂੰ ਬਣਾਉਂਦਾ ਏ, ਪਹਿਲੋਂ ਤਬਾਹ ਕਰਦਾ ਏ ਗਲਤੀਓਂ। ਪਹਿਲਾ ਬਾਪ 13 ਐਤ ਨੂੰ ਪੜ੍ਹ ਲਓ। ਪਰ ਹੁਣ ਕਹਿੰਦਾ, ਕਿਆ ਤੁਸੀਂ ਖੁਦਾਵੰਦ ਦੇ ਵਿੱਚ ਮੇਰੇ ਬਣਾਏ ਹੋਏ ਨਹੀਂ? ਅਗਰ ਮੈਂ ਹੋਰਾਂ ਲਈ ਰਸੂਲ ਨਹੀਂ, ਜਦੋਂ ਖੁਦਾ ਵਾਲੇ ਬਣੇ ਆ ਗਿਆ ਤੇ ਰਸੂਲ ਬਣ ਗਿਆ। ਤੇ ਕਰੰਥਸ ਦੇ ਲੋਕਾਂ ਨੂੰ ਕਹਿੰਦਾ, ਬੇਸ਼ੱਕ ਤੁਹਾਡੇ ਲਈ ਤੇ ਹੈਗਾ ਨਾ, ਕਿਉਂਕਿ ਤੁਸੀਂ ਮੇਰੀ ਰਸਾਲਤ ਉੱਤੇ ਮੋਹਰ ਹੋ। ਮੈਂ ਤੁਹਾਡੇ ਤੱਕ ਕਲਾਮ ਰਸਾਲ ਕੀਤਾ ਹੈ। ਤੇ ਆਓ ਅੱਜ ਵੇਲਾ ਕਲਾਮ ਨੂੰ ਰਸਾਲ ਕਰੀਏ, ਸੱਚ ਬੋਲੀਏ। ਅਮਸਾਲ 23 ਬਾਬ 16 'ਚ ਲਿਖਿਆ, ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਏਗਾ। ਤੇ ਜ਼ਬੂਰ 119 ਦੀ 160 'ਚ ਲਿਖਿਆ, ਕਲਾਮ ਦਾ ਖੁਲਾਸਾ ਸਚਾਈਏ। ਅੱਜ ਕਲਾਮ ਨੂੰ ਬੋਲਣਾ ਸ਼ੁਰੂ ਕਰ ਦਈਏ, ਚੰਗੇ ਰਹਿ ਜਾਂਗੇ। ਖੁਦਾਵੰਦ ਤੇਰਾ ਖਾਦਮ ਹੁੰਦੇ ਜਿਹੜਾ ਕਲਾਮ ਤੋਂ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ। ਇਸੇ ਮਾਨ ਤੇ ਉਮੀਦ ਨਾਲ ਪਹੁੰਚਾਇਆ ਕਿ ਤੇਰਾ ਕਲਾਮ ਬੰਦ ਜ਼ੇਨਾਂ ਨੂੰ ਖੋਲ੍ਹਦਾ ਹੈ। ਜਦੋਂ ਜ਼ੇਨ ਖੁੱਲ੍ਹਦੇ ਨੇ, ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਦੇ ਨੇ, ਦੂਜਿਆਂ ਨੂੰ ਸਮਝਾਉਂਦੇ ਨੇ, ਤੇਰੀ ਨਜ਼ਰ ਵਿੱਚ ਦਿਆਨਤਦਾਰ ਬਣਦੇ ਨੇ
ਤੇ ਆਪ ਬਰਕਤ ਪਾਉਂਦੇ ਆ, ਤੇਰੇ ਲੋਕਾਂ ਦੀ ਨਸਲਾਂ ਬਰਕਤ ਪਾਉਂਦੀਆਂ। ਇਹ ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਬਈ ਕਲਾਮ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ ਤਾਂ ਕਿ बर वक्त खुदावंद दा जिंदगी बख्श कलाम तेरे तक पहुंचता रहे। खुदा बरकत दे।